ਕਹੋ ਨਾਨਕ ਜਾ ਕੇ ਪੂਰਨ ਭਾਗੋ। ਹਰ ਚਰਣੀ ਤਾ ਕਾ ਮਨ ਲਾਗੋ। ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹਲਾ ਪੰਜਵਾ। ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਭ ਪਸਾਰੋ। ਮੋਹਲਤ ਪੁਨੀ ਚਲਣਾ ਤੂੰ ਸੰਭਲ ਘਰ ਬਾਰੋ। ਪੰਚਮ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਸਤਿਗੁਰੂ ਪਾਤਸ਼ਾਹ ਪਾਵਨ ਉਪਦੇਸ਼ ਬਖਸ਼ਦੇ ਨੇ। ਗੋਇਲ ਆਇਆ ਗੋਇਲੀ ਕਿਆ ਤਿਸ ਡੰਭ ਪਸਾਰ। ਮੋਹਲਤ ਪੁਨੀ ਚੱਲਣਾ ਤੂੰ ਸੰਭਲ ਘਰ ਬਾਰ। ਪਾਤਸ਼ਾਹ ਫਰਮਾਉਂਦੇ ਨੇ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਪੁਰਸ਼ ਪਸ਼ੂ ਚਰਾਵਣ ਵਾਸਤੇ ਕਹੀਂ ਅੰਨ ਸਥਾਨ ਵਿੱਚ ਜੰਗਲ ਆਦਿਕ ਵਿੱਚ ਜਾਵੇ ਤੇ ਇਸ ਨੂੰ ਗੋਇਲੀ ਕਹਿੰਦੇ ਨੇ। ਉਸ ਪਸ਼ੂ ਚਰਾਵਣ ਵਾਲੇ ਇਆਲੀ ਨੂੰ ਗੋਇਲੀ ਕਹਿੰਦੇ ਨੇ। ਜਿਸ ਸਥਾਨ ਵਿੱਚ ਉਹ ਜਾਵੇ ਜਿਸ ਸਥਾਨ ਨੂੰ ਗੋਇਲ ਕਹਿੰਦੇ ਨੇ ਕਿ ਗੋਇਲੀ ਗੋਇਲ ਸਥਾਨ ਵਿੱਚ ਚਰਾਵਣ ਵਾਸਤੇ ਪਸ਼ੂ ਗਿਆ। ਸਤਿਗੁਰੂ ਪਾਤਸ਼ਾਹ ਪਾਵਨ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਕਿ ਜੀਵ ਇਸ ਜਗਤ ਵਿੱਚ ਜਗਤ ਰੂਪੀ ਗੋਇਲ ਵਿੱਚ ਥੋੜ੍ਹੇ ਦਿਨ ਦੇ ਵਾਸਤੇ ਗੋਇਲੀ ਵੱਤ ਆਇਆ ਹੋਇਆ ਹੈ। ਸਦੀਵੀ ਇਸ ਜਗਤ ਵਿੱਚ ਇਸਨੇ ਰਹਿਣਾ ਨਹੀਂ, ਜਾਣਾ ਪਵੇਗਾ। ਫਿਰ ਕਿਆ ਦੰਭ ਦਾ ਪਸਾਰਾ ਕਰਨਾ ਭਾਵ ਕਿ ਜੈਸੇ ਗੋਇਲੀ ਅਲਪ ਕਾਲ ਰਹਿਣੇ ਕਰਕੇ ਕੁਝ ਸਥਾਨ ਬਣਾਉਣੇ ਆਦਿਕ ਪਸਾਰਾ ਨਹੀਂ ਕਰਦਾ ਕਿ ਵੱਡੇ ਮਹੱਲ ਉਸਾਰਾਂ ਡੂੰਘੀਆਂ ਨੀਹਾਂ ਰੱਖਾਂ। ਉਸਨੂੰ ਪਤਾ ਹੈ ਮੈਂ ਚਲੇ ਜਾਣਾ ਹੈ। ਸਦੀਵੀ ਮੇਰਾ ਇੱਥੇ ਵਾਸਾ ਨਹੀਂ, 2-4 ਦਿਨ ਰਵਾਂਗਾ ਚਲਾ ਜਾਵਾਂਗਾ। ਤੈਸੇ ਹੀ ਇਹ ਜੀਵ ਇਹ ਮਨੁੱਖ ਹੈ ਜਗਤ ਵਿੱਚ ਆਇਆ। ਗੋਇਲ ਆਇਆ ਗੋਇਲੀ ਕਿਆ ਤਿਸ ਡੰਭ ਪਸਾਰ। ਫਿਰ ਕਿਉਂ ਐਸਾ ਦੰਭ ਦਾ ਵੱਡਾ ਪਸਾਰਾ ਕਰਨਾ, ਵੱਡੇ ਡੰਭ ਤਚਨੇ। ਕਿਉਂਕਿ ਸਦੀਵੀ ਆਪਾਂ ਇਸ ਜਗਤ ਵਿੱਚ ਰਹਿਣਾ ਨਹੀਂ, ਇਹ ਦੁਨੀਆ ਮੁਸਾਫਰ ਖਾਨਾ। ਮੋਹਲਤ ਪੁਨੀ ਚਲਣਾ ਤੂੰ ਸੰਭਲ ਘਰ ਬਾਰ। ਜਬ ਰਹਿਣੇ ਦੀ ਅਵਧੀ ਪੂਰੀ ਹੋਈ ਮੋਹਲਤ
ਕਿਉਂਕਿ ਇਹ ਦਿਨ, ਹਫ਼ਤੇ, ਮਹੀਨੇ, ਸਾਲ ਦੇ ਸਾਲ ਨਹੀਂ ਆਪਾਂ ਨੂੰ ਮਿਲੇ ਹੋਏ ਨੇ ਗਿਣਤੀ ਤੇ ਮਿਣਤੀ ਦੇ। ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਵਾ, ਕਿ ਜਬ ਰਹਿਣੇ ਦੀ ਅਵਧੀ ਪੂਰੀ ਹੋਈ ਤਬ ਹੀ ਚੱਲਣਾ, ਕਿ ਪਰਲੋਕ ਨੂੰ ਜਾਣਾ ਹੋ। ਤੂੰ ਆਪਣੇ ਘਰ ਦੇ ਦਰਵਾਜ਼ੇ ਗਿਆਨ ਨੂੰ ਸੰਭਾਲ, ਭਾਵੇਂ ਕਿ ਤੂੰ ਆਪਣੇ ਸਰੂਪ ਨੂੰ ਪ੍ਰਾਪਤ ਹੋਣ ਦਾ ਪ੍ਰਖਾਤ ਕਰ, ਕੋਈ ਯਤਨ ਕਰ। ਇਸ ਜਨਮ ਸੁੰਦਰ ਦਾ ਲਾਹਾ ਲੈ, ਜਿਸ ਜਨਮ ਨੂੰ ਸਤਿਗੁਰਾਂ ਨੇ ਅਮੋਲਕ ਜਨਮ ਆਖਿਆ। ਖਾਦ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨੋ। ਖਾਦ ਗੁਣ ਗਾਓ ਮਨਾ, ਸਤਿਗੁਰ ਸੇਵ ਪਿਆਰ। ਹੇ ਭਾਈ ਪਿਆਰੇ, ਤੂੰ ਸਤਿਗੁਰੂ ਨੂੰ ਸੇਵਨ ਕਰ, ਆਰਾਧਨਾ ਕਰ ਪਿਆਰ ਨਾਲ, ਹਰੀ ਦੇ ਗੁਣਾਂ ਨੂੰ ਗਾਇਨ ਕਰ। ਕਿਆ ਥੋੜੀ ਬਾਤ ਦਾ ਤੂੰ ਗੁਮਾਨ ਕਰਦਾ। ਇਹ ਤੁਛ ਪਦਾਰਥ ਨੇ ਜੋ ਅਡੰਬਰ ਰਚਦਾ ਹੈ ਤਾਂ ਕੁਝ ਵੀ ਨਹੀਂ। ਇਸ ਜਗਤ ਵਿੱਚੋਂ ਵੱਡੇ ਵੱਡੇ ਰਾਜੇ ਮਹਾਰਾਜੇ ਕੂਚ ਕਰਕੇ ਜਾਣਾ ਤੂੰ ਵੀ ਹੈ। ਅਲਪ ਕਾਲ ਰਹਿਣ ਵਾਲੇ ਪਦਾਰਥ ਨੇ, ਕਿਉਂਕਿ ਸਦੀਵੀ ਇਹ ਬਣੇ ਨਹੀਂ ਰਹਿੰਦੇ। ਤਿੰਨਾਂ ਦਾ ਅਪਮਾਨ ਕਿਆ ਕਰਨਾ, ਕਿਆ ਥੋੜੜੀ ਬਾਤ ਗੁਮਾ। ਇਹਨਾਂ ਤੁਛ ਪਦਾਰਥਾਂ ਦਾ ਤੂੰ ਬੜਾ ਮਾਣ ਹੰਕਾਰ ਕਰਦਾ, ਪਰ ਹੰਕਾਰ ਉਸ ਵਿਧਾਤਾ ਪ੍ਰਭੂ ਨੂੰ ਭਾਉਂਦਾ ਨਹੀਂ ਹੈ। ਹਰ ਜੂ ਹੰਕਾਰ ਨਾ ਭਾਵ, ਹਰੀ ਨੂੰ ਹੰਕਾਰ ਨਹੀਂ ਭਾਉਂਦਾ। ਉਹ ਮਾਲਕ ਸਮਰੱਥ ਵਾਹਿਗੁਰੂ ਦੇਖਦਾ ਵੀ ਹੈ, ਸੁਣਦਾ ਵੀ ਹੈ। ਪਾਤਸ਼ਾਹ ਫਰਮਾਉਂਦੇ ਨੇ, ਜੈਸੇ ਰੈਣ ਪਰੋਹਣੇ, ਉੱਠ ਚੱਲ ਸੇ ਪ੍ਰਭਾਤ। ਰੌਣੇ ਆਉਂਦੇ ਨੇ ਘਰ ਵਿੱਚ, ਰਾਤਰੀ ਰਹਿ ਕੇ ਪ੍ਰਾਤः ਕਾਲ ਉੱਠ ਕਰਕੇ ਚਲੇ ਜਾਂਦੇ ਨੇ, ਸਦੀਵੀ ਨਹੀਂ ਰਹਿ ਸਕਦੇ। ਇਸ ਪ੍ਰਕਾਰ ਅਵਸਥਾ ਰੂਪੀ ਰਾਤਰੀ ਦੇ ਪੂਰੇ ਹੋਏ ਸੰਬੰਧੀ ਜਨਾਂ ਦੇ ਵਿੱਚੋਂ ਪਲਾਉਣੇ ਵੱਤ ਜੀਵ ਵੀ ਉੱਠ ਕੇ ਚਲੇ ਜਾਂਦੇ। ਜਦੋਂ ਅਵਸਥਾ ਪੂਰੀ ਹੋ, ਪਰ ਇਹ ਨਹੀਂ ਆਪਾਂ ਦਾਵਾ ਬਣ ਸਕਦੇ ਕਿ ਅਜੇ ਤਾਂ ਬੜੀ ਆਦ ਬਲਾ ਪਈ। ਇਹ ਉਸ ਪਰਮਾਤਮਾ ਦੀ ਰਜ਼ਾ ਹੈ ਕਿ ਕਦੋਂ ਉਸਨੇ ਲੈ ਕੇ ਜਾਣਾ। ਪਾਤਸ਼ਾਹ ਗੁਰਦੇਵ ਦੇ ਬਚਨ ਨੇ, ਨਹਿ ਬਾਦਕ ਨਹਿ ਜੋਬਨ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਦ। ਉਸ ਵੇਲੇ ਦਾ ਨਹੀਂ ਪਤਾ, ਭਾਵੇਂ ਤੂੰ ਬਾਲਕ ਜਵਾਨ ਬਿਰਧ, ਕਿ ਕਦੋਂ ਲੈ ਜਾਣਾ ਹੈ ਉਸਦੀ ਰਜ਼ਾ ਹੈ। ਜਿਵੇਂ ਜ਼ਿਮੀਂਦਾਰ ਖੇਤੀ ਬੀਜਦਾ ਹੈ, ਕੱਚੀ ਵੀ ਵੱਢ ਲੈਂਦਾ ਹੈ ਡੱਡਦੀ, ਪੱਕੀ ਤਾਂ ਵਸ਼ ਵੱਢਣੀ। ਇਹ ਜਗਤ ਸੰਸਾਰ ਵੀ ਉਸ ਵਾਹਿਗੁਰੂ ਦੀ ਖੇਤੀ ਹੈ। ਖਰੀ ਨਾਹੀ ਨਹਿ ਡੱਡਦੀ, ਪੱਕੀ ਵੱਢਣ ਖਾ। ਲੈ ਲੈ ਦਾਤ ਭੌਤਿਆ, ਲਾਭੈ ਕਰਤਈਆ। ਜਾ ਖੋਆ ਹੁਕਮ ਕਰਸਾਨ ਦਾ, ਤਾਂ ਲੁਣ ਮਿਲਿਆ ਖੇਦਾ। ਉਹ ਧਰਮਰਾਜ ਦਾ ਹੁਕਮ ਹੋ ਗਿਆ, ਤਤਕਾਲ ਆ ਜਾਂਦੇ। ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਨੇ ਕਿ ਭਾਈ ਇੱਕ ਦਮ ਦਾ ਭਰੋਸਾ ਵੀ ਨਹੀਂ ਹੈ ਕਿ ਸਾਹ ਆਵੇ ਕਿ ਨਾ ਆਵੇ। ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਇੱਕ ਦਮ ਦਾ ਭਰੋਸਾ ਨਹੀਂ, ਪਰ ਮਨੁੱਖ ਬੜੇ ਦਾਅਵੇ ਬੰਨਦਾ। ਕਿਉਂ ਬੰਨਦਾ? ਕਾਰਨ ਕਿਉਂਕਿ ਅਗਿਆਨ ਅਵਿਦਿਆ ਦੇ ਵਿੱਚ ਰਚਿਆ ਹੋਇਆ ਇਹ ਜਾਣਦਾ ਹੀ ਨਹੀਂ ਕਿ ਮੈਂ ਮਰਨਾ ਵੀ ਹੈ।
ਭੁੱਲ ਗਿਆ। ਕਿਆ ਤੂੰ ਰਤਾ ਗ੍ਰਹਿਸਤ ਸਿਉ ਸਭ ਫੁੱਲਾਂ ਕੀ ਬਾਗਾਤ। ਪੰਚਮ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ, ਪਿਆਰਿਓ ਕਿਆ ਤੂੰ ਰਤਾ ਗ੍ਰਹਿਸਤ ਸਿਉ ਸਭ ਫੁੱਲਾਂ ਕੀ ਬਾਗਾ। ਇਹ ਭਾਈ ਕਿਆ ਤੂੰ ਗ੍ਰਹਿਸਤ ਮਾਰਗ ਵਿੱਚ ਰਚਿਆ ਹੋਇਆ ਹੈ, ਬੜਾ ਤੇਰਾ ਮੋਹ ਹੈ, ਬੜਾ ਪਿਆਰ ਤੇ ਨੇਹੋ ਹੈ। ਇਹ ਸਰਬ ਸੰਬੰਧੀ ਜਨ ਜੋ ਵਿਸ਼ੇ ਸੁੱਖ ਨੇ, ਇਹ ਫੁੱਲਾਂ ਦੀ ਬਾਗਾਤ, ਜਿਵੇਂ ਫੁੱਲ ਨੇ ਫੁਲਵਾੜੀਆਂ ਦੇ ਖਿੜਨੇ ਵੱਤ, ਜੈਸੇ ਫੁੱਲ ਉਹ ਮੁਰਝਾ ਜਾਂਦੇ ਨੇ, ਸਦੀ ਵੀ ਉਹ ਖਿੜੇ ਨਹੀਂ ਰਹਿੰਦੇ। ਮੁਰਝਾਵੇਗਾ ਫੁੱਲ, ਜੇ ਫੁੱਲ ਖਿਲੇ ਹੋਏ ਅਲਪ ਕਾਲ ਰਹਿੰਦੇ ਨੇ, ਤੈਸੇ ਇਹ ਤੁਛ ਕਾਲ ਰਹਿਣ ਵਾਲੇ ਨੇ। ਇਸ ਤਰ੍ਹਾਂ ਸਦੀ ਵੀ ਸੁੱਖ ਵੀ ਬਣੇ ਨਹੀਂ ਰਹਿੰਦੇ, ਉਹ ਵੀ ਬਦਲੇ ਜਾਂਦੇ ਨੇ ਦੁੱਖਾਂ ਵਿੱਚ। ਦੁੱਖ ਸਮਗਰ ਹੈ ਪਾਤਸ਼ਾਹ ਗੁਰਦੇਵ ਦੇ ਪਾਵਨ ਬਚਨ ਨੇ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਸੁਖੀ ਹੈ। ਫੁੱਲ ਖਿੜਦੇ ਨੇ, ਪੱਤੇ ਪੱਤੇ ਵਿੱਚ ਖੁਸ਼ੀ ਹੈ, ਪਰ ਦੁੱਖ ਉਹਨਾਂ ਨੂੰ ਵੀ ਹੈ। ਉਹ ਫੁੱਲ ਵੀ ਮੁਰਝਾ ਜਾਂਦੇ ਨੇ। ਤੇਰਾ ਮਨੁੱਖ ਸੁੱਖ ਵੀ ਹੈ, ਫਿਰ ਨਾਲ ਦੁੱਖ ਵੀ ਹੈ। ਸਦੀ ਵੀ ਸੁੱਖ ਨਹੀਂ ਬਣਿਆ ਰਹਿੰਦਾ। ਫਿਰ ਦਿਨ ਹੈ, ਫਿਰ ਰਾਤ ਵੀ ਹੈ, ਖੁਸ਼ੀ ਹੈ, ਫਿਰ ਗਮੀ ਵੀ ਹੈ, ਪਾਪ ਹੈ, ਪੁੰਨ ਹੈ, ਪੁੰਨ ਹੈ, ਪਾਪ ਹੈ। ਜੋ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਫਰਮਾਉਂਦੇ ਨੇ, ਭਾਈ ਕਿਆ ਤੂੰ ਰਤਾ ਗ੍ਰਹਿਸਤ ਸਿਉ ਸਭ ਫੁੱਲਾਂ ਕੀ ਬਾਗਾ। ਕਿਆ ਤੂੰ ਗ੍ਰਹਿਸਤ ਮਾਰਗ ਵਿੱਚ ਰਚਿਆ ਹੈ, ਮੋਹ ਦੀ ਤੰਦ ਵਿੱਚ ਵਜਿਆ ਹੋਇਆ। ਇਹ ਸੰਬੰਧੀ ਕੈਸੇ ਨੇ, ਵਿਸ਼ੇ ਵਿਕਾਰਾਂ ਦੇ ਸੁੱਖ ਕੈਸੇ ਨੇ। ਇਹ ਤੁਛ ਸੁੱਖ ਨੇ, ਸਦੀ ਵੀ ਨਹੀਂ ਰਹਿੰਦੇ। ਇਹ ਫੁੱਲਾਂ ਵੱਤ ਮੁਰਝਾ ਜਾਂਦੇ ਨੇ, ਅਲਪ ਕਾਲ ਰਹਿਣ ਵਾਲੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜੋ। ਮਨੁੱਖ ਗ੍ਰਹਿਸਤ ਮਾਰਗ ਵਿੱਚ ਰਚਿਆ ਹੋਇਆ, ਮੋਹ ਦੀ ਤੰਦ ਵਿੱਚ ਵਜਿਆ ਹੋਇਆ। ਇਹ ਮੇਰਾ ਤਨ, ਧਨ ਮੇਰਾ, ਪੁੱਤਰ ਮੇਰਾ, ਇਸਤਰੀ ਮੇਰੀ, ਵਿਭੂਤੀ ਮੇਰੀ, ਇੱਥੇ ਮੇਰੀ ਮੇਰ ਹੈ। ਪਾਤਸ਼ਾਹ ਫਰਮਾਉਂਦੇ ਨੇ, ਮੇਰੀ ਮੇਰੀ ਕਿਆ ਕਰਹਿ ਜਿਨ ਦੀਆ ਸੋ ਪ੍ਰਭ ਲੋੜ। ਮੇਰੀ ਮੇਰੀ ਕਿਆ ਕਰ ਰਿਹਾ। ਜਿਸ ਪਰਿਪੂਰਨ ਪ੍ਰਮਾਤਮਾ ਨੇ ਤੈਨੂੰ ਇਹ ਸਾਰੇ ਪਦਾਰਥ ਸੁੱਖ ਆਰਾਮ ਭੋਗ ਬਖਸ਼ੇ ਨੇ, ਉਸ ਵਾਹਿਗੁਰੂ ਨੂੰ ਚਾਹੁਣਾ ਕਰ, ਉਸਦੀ ਯਾਦ ਚਿੰਤਨ ਵਿੱਚ ਜੋੜ। ਤੇਰਾ ਤੋਂ ਇਹ ਤਨ ਵੀ ਨਹੀਂ ਹੈ, ਇਹ ਵੀ ਤੂੰ ਛੱਡ ਕੇ ਜਾਣਾ ਹੈ। ਤੂੰ ਪਦਾਰਥ ਧਨ ਮਹੱਲ ਕਹਿੰਦਾ ਮੇਰੇ ਨੇ, ਮੇਰੀ ਮੇਰ ਹੈ। ਬਾਬਾ ਜੀ ਨੇ ਸਮਤ ਦੇਣੀ, ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ। ਮੈਂ ਮੇਰੀ ਨੇ ਦਿੱਤੀ ਤੈਨੂੰ ਵਾਹਿਗੁਰੂ ਤੋਂ ਦੂਰੀ। ਇਸ ਮੈਂ ਮੇਰੀ ਨੇ ਤੈਨੂੰ ਉਸ ਪਰਿਪੂਰਨ ਪਰਮਾਤਮਾ ਤੋਂ ਬੜੀ ਦੂਰੀ ਦੇ ਦਿੱਤੀ ਹੈ। ਜਿੱਥੇ ਮੈਂ ਉੱਥੇ ਤੂੰ ਨਹੀਂ, ਜਿੱਥੇ ਤੂੰ ਉੱਥੇ ਮੈਂ ਵੀ ਨਹੀਂ। ਜਿਸਨੇ ਕਹਿ ਦਿੱਤਾ ਕਿ ਪ੍ਰਭੂ ਤਨ ਮਨ ਧਨ ਇਹ ਤੇਰਾ ਹੈ, ਮੇਰਾ ਕੁਝ ਵੀ ਨਹੀਂ।
तू तू करता तू हुआ मुझ में रहा ना हूँ, जब आपा पर का मिट गया जत देखा तत तू। पर का मिटाउणा पर का मिटाउणा बड़ा औखा है। जिन्हां ने मिटा दिता वो तू दा रूप हो गए। भगत कबीर जी महाराज जी ने वचन कह दिते कि मेरा तो कुछ भी नहीं, मेरे प्रभु दा है। हे प्रभु तेरा तुझको सौंपते क्या लागे मेरा। कबीर मेरा मुझ में किश नहीं, जो किश है सो तेरा। तेरा तुझको सौंपते क्या लागे मेरा। तेरा सी तेनू अर्पण कर दिता, मेरा तो कुछ नहीं। सब कुछ तेनू दिता। पावो चलना तल ऊपर आवो, ऐसी सेव कमावो। आपस ते ऊपर सब जानो, तो दर गए सुख पावो। बड़ियां बख्शीशां। नमानता निमरता, पर जो मैं मेरी विच ने उन्हां ते प्रभु की बख्शिश नहीं हुंदी। क्योंकि वो मालिक देखदा भी है, सुनदा भी है। सर पर उठी चलना, छड़ जासी लाख करोड़। अवश्य ही निश्चय करके उठ के चले जाना। सदी भी इस सुंदर जगत विच अपना रहना नहीं होना। जो विभूति लखा करोड़ा रुपये ने, सो तिन्हां नूं भी छड्ड के चले जावेगा। तेरे नाल नहीं जाने। ये रंचक पदार्थ भी तेरे संग नहीं चलेगा। रंचक मात्र पदार्थ भी तेरे संग नहीं जाना। पातशाह तां फरमाउंदे ने, नांगे आवन नांगे जाना, कोई ना रहे है राजा राना। आया सी नांगा वास्तव ते जावेगा नांगा। वस्त्र पहना दिते ती संबंधियां ने, जावेगा पहना देंगे, पर वास्तव ते तू नांगा आया, नांगे नहीं जाना। तेरे नाल ये पदार्थ नहीं जाने, वे भूती नहीं जानी। ये जो बड़ियाई प्रभता तेरी, ये भी तेरे नाल नहीं जानी। पातशाह गुरुदेव दे बचन ने, नानक दुनिया कीया वडियाइयां की सेती जा। इन्हां नूं तीली क्यों नहीं ला दिंदा। नानक दुनिया कीया वडियाइयां की सेती जाल, इन्नी जली नाम सारिया एक ना चलिया। क्योंकि वडियाइयां विच आया मनुख परमेश्वर तो बेमुख हो जाता है। एक भी वडियाई नाल नहीं जाती। पातशाह फरमाउंदे ने, लाख 84 भ्रम त्या दुलभ जन्म पाए होए। पातशाह फरमाउंदे ने, ये भाई 84 लाख जूनिया विच तू फिरदियां होया, तैने मनुख जन्म दुर्लभ तैनू मिले। ये विचार, ये याद रख। इतने जन्मां नूं पा के तैनू मनुखा जन्म की ये वारी दिती है परमेश्वर ने। कई जन्म भए कीट पतंगा, कीड़ा किरों बनता रहा। कई जन्म गजमीन कुरंगा, कई जन्म पंछी सर्प होयो, कई जन्म खैबर वृक्ष होयो। मिल जगदीश मिलन की बरिया, चिरंकाले देह संजरिया। कई जन्म सैल गिर करिया, कई जन्म गर्भ हिर खरिया, गर्भ हिर जाना। कई जन्म साख कार्य पाया, लाख 84 जोन परमाया। 84 लाख जूनियां पाके तैनू अमोलक जन्म दी मेरे वाहे गुरु ने वारी दिती है। पर मनुख बेखौफ बेडर है। ये जानदा ही नहीं कि इतने जन्म पाके मैं आया। बड़े दुख पाए, क्योंकि माया पै गई।
ਪਾਤਸ਼ਾਹ ਗੁਰਦੇਵ ਦੇ ਬਚਨ ਨੇ, ਵਿੱਚੋਂ ਗਰਭੈ ਨਿਕਲ ਆਇਆ, ਖਾਸੋਂ ਮੁਸਾਰ ਦੁਨੀ ਚਿਤ ਲਾਇਆ। ਉਸ ਦਾਤੇ ਨੂੰ ਭੁਲਾ ਦਿੱਤਾ, ਪਰਮੇਸ਼ਰ ਤੋਂ ਬੇਮੁਖ ਹੋ ਗਿਆ ਦੁਨਿਆਵੀ। ਦੁਨੀਆ ਵਿੱਚ, ਪਦਾਰਥਾਂ ਵਿੱਚ, ਸੰਬੰਧੀਆਂ ਵਿੱਚ ਚਿੱਤ ਲੱਗ ਗਿਆ, ਮੋਹ ਪੈ ਗਿਆ। ਇਤਨੀਆਂ ਜਨਮਾਂ ਨੂੰ ਪਾ ਕੇ ਅਮੋਲਕ ਜਨਮ ਦੀ ਇੱਕ ਵਾਰੀ ਮਿਲੀ ਹੈ। 184 ਭ੍ਰਮ ਤੇ ਆ ਦੁਲੱਭ ਜਨਮ ਪਾਇਓ। ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਅਰਜਨ ਦੇਵ ਮਹਾਰਾਜ 84 ਲੱਖ ਜੂਨੀਆਂ ਵਿੱਚ ਤੂੰ ਭਰਮ ਦਿਆ ਹੋਇਆ, ਤੈਨੂੰ ਉਸ ਪਰਮਾਤਮਾ ਨੇ ਤੇਰੇ ਤੇ ਰਹਿਮ ਕੀਤਾ, ਦਇਆ ਕੀਤੀ, ਤੈਨੂੰ ਅਮੋਲਕ ਜਨਮ ਦੁਰਲੱਭ ਦਿੱਤਾ। ਨਾਨਕ ਨਾਮ ਸੰਭਾਲ ਤੂੰ, ਸੋ ਦਿਨ ਨੇੜਾ ਆਇਓ। ਸਤਿਗੁਰੂ ਫਰਮਾਉਂਦੇ ਨੇ, ਹੇ ਭਾਈ ਪਿਆਰਿਆ, ਤੂੰ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਸੰਭਾਲ, ਨਾਮ ਜਪ, ਕਿਉਂਕਿ ਸੋਈ ਦਿਨ ਤੇਰੇ ਨਿਕਟ ਆਇਆ ਹੈ। ਕਿਹੜਾ ਦਿਨ ਕਹਿੰਦੇ ਨੇ ਪਾਤਸ਼ਾਹ? ਮਰਨਾ ਤੇਰੇ ਸਿਰ ਪਰ ਖੜਾ ਹੈ, ਪਤਾ ਨਹੀਂ ਕਦੋਂ ਸੱਦਾ ਬੁਲਾਵਾ ਤੈਨੂੰ ਆ ਜਾਣਾ ਹੈ। ਜਾਣਾ ਪਵੇਗਾ, ਸਭ ਨਾ ਮਰਨਾ ਆਇਆ, ਵਿਛੋੜਾ ਸਭ ਨਾ, ਪੁੱਛੋ ਜਾਏ ਸਿਆਣਿਆ, ਆਗੇ ਮਿਲਨ ਕਿਨਾ। ਸਭਨਾ ਨੇ ਮਰਨਾ, ਸਭਨਾ ਨੇ ਵਿਛੜਨਾ। ਸੰਯੋਗ ਵਿਜੋਗ ਧੁਰੋਂ ਹੀ ਹੁਆ, ਧੁਰੋਂ ਹੋਇਆ ਸੰਯੋਗ, ਜਨਮ ਹੋ ਗਿਆ ਵਿਜੋਗ ਮ੍ਰਿਤੂ। ਜੋ ਮਿਲਿਆ ਅਵਸ਼ ਇੱਕ ਦਿਨ ਵਿਛੜੇਗਾ, ਕਿਉਂਕਿ ਵਿਧਾਨ ਇਹ ਮਰਿਆਦਾ ਹੈ। ਸਦੀਵੀ ਆਪਾਂ ਇਸ ਜਗਤ ਵਿੱਚ ਰਹਿਣਾ ਨਹੀਂ, ਜਾਣਾ ਪਵੇਗਾ। ਉਸ ਪਰਮੇਸ਼ਰ ਦਾ ਨਾਮ ਜਪ, ਨਾਨਕ ਨਾਮ ਸੰਭਾਲ ਤੂੰ। ਏ ਭਾਈ, ਤੂੰ ਪਰਮੇਸ਼ਰ ਦੀ ਬੰਦਗੀ ਵਿੱਚ ਜੁੜ, ਇਸ ਅਮੋਲਕ ਜਨਮ ਦਾ ਲਾਹਾ ਲੈ ਲੈ। ਪ੍ਰਾਣੀ ਤੂੰ ਆਇਆ ਲਾਹਾ ਲੈ, ਤੂੰ ਲਾਹਾ ਖੱਟਣ ਹੀ ਆਇਆ ਹੈ। ਅਮੋਲਕ ਜਨਮ ਦਿੱਤਾ ਉਸ ਦਾਤੇ ਵਿਧਾਤੇ ਪ੍ਰਭੂ ਨੇ, ਉਸ ਜਨਮ ਦਾ ਲਾਹਾ ਖੱਟ ਲੈ। ਸ੍ਰੀ ਰਾਗ ਮਹਲਾ ਪੰਜਵਾਂ। ਇਚਰ ਵਸੇ ਸੁਹੇਲੜੀ, ਜਿਚਰ ਸਾਥੀ ਨਾਲ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇਹ ਤੇ ਜੀਵ ਦੋਨਾਂ ਨੂੰ ਉਪਦੇਸ਼ ਫਰਮਾਉਂਦੇ ਨੇ। ਤਿਚਰ ਵਸੈ ਸੁਹੇਲੜੀ, ਜਿਚਰ ਸਾਥੀ ਨਾਲ। ਇਸ ਦੇਹੀ ਸੁੰਦਰ ਤਨ ਨੂੰ ਕਹਿੰਦੇ ਨੇ ਕਿ ਦੇਹੀ, ਤਬ ਤੱਕ ਤੂੰ ਸੁਖੀ ਵਸਦੀ ਹੈ ਜਬ ਤੱਕ ਜੀਵ ਤੇਰੇ ਨਾਲ ਹੈ, ਪ੍ਰਾਣ ਚੱਲ ਰਹੇ ਨੇ, ਉਦੋਂ ਤੱਕ ਤੂੰ ਸੁਖੀ ਹੈ। ਤੇਚਰ ਵਸੈ ਸੁਹੇਲੜੀ, ਤੂੰ ਸੁੱਖਾਂ ਵਿੱਚ ਵਸਦੀ ਹੈ। ਕਿ ਦੇਹੀ ਸੁੰਦਰ, ਜਿਚਰ ਸਾਥੀ ਨਾਲ, ਜਬ ਤੱਕ ਜੀਵ ਸਾਥੀ ਤੇਰੇ ਨਾਲ। ਜਾ ਸਾਥੀ ਉੱਠੀ ਚੱਲਿਆ, ਤਾਂ ਧਨ ਖਾਕੂਰਾਲ। ਜਬ ਜੀਵ ਉੱਠ ਕੇ ਚਲਾ ਜਾਵੇਗਾ, ਤਬ ਇਹ ਦੇਹੀ ਤੂੰ ਖਾਕ ਵਿੱਚ ਰਲ ਜਾਵੇਂਗੀ। ਜਿਸ ਸਮੇਂ ਜੀਵ ਨੇ ਉੱਠ ਕੇ ਚਲਾ ਜਾਣਾ, ਪ੍ਰਾਣ ਚਲੇ ਗਏ, ਸਵਾਸ ਇਹ ਕਹਿ ਦਈਏ ਪੂਰੇ ਹੋ ਗਏ, ਫਿਰ ਇਹ ਤਨ ਸੁੰਦਰ ਭਸਮ ਦੀ ਢੇਰੀ ਹੋ ਜਾਂਦਾ ਹੈ। ਉਹੀ ਸੁੰਦਰ ਤਨ, ਫਿਰ ਉਸ ਦੀ ਕੋਈ ਕਦਰ ਨਹੀਂ ਹੁੰਦੀ। ਇਹੋ ਤਨ ਹੋਏਗੋ ਭਸਮ ਕੀ ਢੇਰੀ ਹੈ, ਮਿੱਟੀ ਬਣ ਜਾਂਦਾ। ਉਹੀ ਤਨ ਜੋ ਪਾਤਸ਼ਾਹ ਫਰਮਾਉਂਦੇ ਨੇ,
हे मेरे परिपूਰਨ परमात्मा, जो तेरा थान सतसंग बैकुंठ जिथे तू प्रतख बैठा है धन है। मन बैराग भया दर्शन देखने का चाओ, धन सो तेरा था। मन बैरागी होया दर्शन दी अबलाखा, चाओ होया तेरे दीदार करन। इन्हां दे मन विच संसार तो विराग हो जाता। संसारियां दी कनौड़ता अधीनगी नहीं रहिंदी। बेमोहताज बेपरवाह हुंदे ने रब दे प्यारे संत भगत फकीर। जिचर वसया कंत घर, जियो जियो सब कात। जिचर वसया कंत घर, जियो जियो सब कहात। जब तक जीव हिरदे विच वसिया होया सी, इस देही दे विच जियो, तब तक आइए जी सब कहते सी। जा उठी चल सी कंतड़ा, ता कोई ना पुछे तेरी बात। पातशाह फरमाउंदे ने, जब पति जीव उठ के चला जावेगा, सवास पूरे हो जावणगे मन। ये तन जो सुंदर देही, इसकी कोई बात भी नहीं पूछेगा। इस तन की कोई बात नहीं पूछेगा। ओही सनबंधी कहणगे, इस तो भै ते डर आउंदा है, जल्दी करो लै जावो संस्कार करो। उस देही प्रति पातशाह फरमाउंदे ने, जा उठी चल सी कंतड़ा, तां कोई ना पुछे तेरी बात। तेरी बात उस संबंधी जिन्हां वास्ते झूठ बोलदा सी, पाप करदा सी, चोरियां करदा सी, कोई बात भी नहीं पूछेगा। पेयड़ै सौ सेव तू सोहरड़े सुख वस। गुरु अर्जन देव महाराज पंजवें गुरु नानक उपदेश दिंदे ने, पातशाह भाई ये जीव रूप इस्तरी, क्योंकि जगत इस्तरी दी न्याई है, पुरख एक परमात्मा वाहिगुरु है। पेई अड़ै सौह सेव तू सोहरड़े सुखवास, क्योंकि ये पेका घर है, मात लोक अपना, सौदा घर परलोक है। जिवें लड़की का विआह हुंदा वश सौरे घर जांदी है, आपां भी पेके घर बैठे, मौत लाड़ी नाल अवश्य विआह होवेगा, जावांगे सबना ने जाना है। सबना सौरे वंजना सब मुकलावण घात। नानक धन सुहागणी जिन सह नाल विआह। सुहागवंती नाल ओही जिसदा पति परमेश्वर नाल प्यार ने हो। पेई अड़ै सौ सेव तू सोहरड़े सुख वस। पातशाह फरमाउंदे ने, भाई इस लोक विच तू पति परमेश्वर दा सेवन कर, भाव नाम जप लाहा लै, क्योंकि परलोक विच सुखी वसेगी, नहीं तो जमां दे वस पै जावेगी। बड़ियां वारां ने, बड़ियां सजावां ने, भिन्न भिन्न नरक ने। जैसे तू कर्मां दे बीज बीजे ने, बीज दिया वो वश वड्ढने पैने ने। ये नहीं कुछ नहीं होवेगा। उस परिपूर्ण परमात्मा का निजम मर्यादा है, वो कर्म फल प्रदाता है। कर्मां दे जरिए मनुख नूं दुख अथवा सुख अवश्य दिंदा, जो भोगने पैंदे ने। भोगै बिन भागै नहीं कर्म गति बलवान। कर्मां दी ऐसी बल वाली गति जो वश मनुख नूं वो भोगनी पैंदी है। गुर मिल चज अचार सिख, तुद कदे न लगै दुख। पातशाह फरमाउंदे ने, गुर मिल चज अचार सिख, तुद कदे न लगै दुख।
ਗੁਰੂ ਦੇ ਸਾਥ ਮਿਲ ਬ੍ਰਹਮ ਸਰੋਤਰੀ ਬ੍ਰਹਮ ਨੇਟੀ, ਗੁਰੂ ਦੀ ਸੰਗਤ ਕਰ, ਗੁਰਮਤੀਆ ਗੁਰ ਸ਼ਬਦੀ ਬਾਣ। ਸ੍ਰੇਸ਼ਟ ਕਰਮ ਸਿੱਖ ਜੋ ਉੱਤਮ ਕਰਮ ਨੇ, ਸਵੱਛ ਨਿਰਮਲ ਕਰਮ ਨੇ, ਉਹਨਾਂ ਕਰਮਾਂ ਵਿੱਚ ਪ੍ਰਵਿਰਤ ਹੋ। ਇਹਨਾਂ ਖੋਟਿਆਂ ਕਰਮਾਂ ਨੂੰ, ਇਹਨਾਂ ਨੂੰ ਛੱਡ ਦੇ। ਇਹਨਾਂ ਦੇ ਪਿੱਛੇ ਪੇ ਘਣੇ ਦੁੱਖ ਨੇ। ਪਹਿਲਾ ਮਨੁੱਖ ਮੰਨਦਾ ਨਹੀਂ, ਕਿਉਂਕਿ ਅਗਿਆਨ ਅਵਿਦਿਆ ਵਿੱਚ ਰਚੇ ਹੋਏ ਨੂੰ ਸੋਝੀ ਹੀ ਨਹੀਂ ਰਹਿੰਦੀ। ਬਸ ਜਦੋਂ ਲੱਗਦੇ ਨੇ ਤੇ ਸੁੱਖ ਭੋਗ ਰਸ ਜ਼ਹਿਰਵਤ ਕੌੜੇ ਹੋ ਜਾਂਦੇ। ਪਾਤਸ਼ਾਹ ਗੁਰਦੇਵ ਦੇ ਬਚਨ ਨੇ, ਖਿੰਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਕੋ। ਤੇ ਇੱਕ ਖਿੰਨ ਵਿੱਚ ਕੌੜੇ ਜ਼ਹਿਰਵਤ ਹੋ ਜਾਂਦੇ ਨੇ, ਫਿਰ ਰੋਂਦਾ ਤੇ ਕਰ ਲਾਉਂਦਾ, ਪਰ ਫਿਰ ਪਛਤਾਇਆ ਉਹ ਵੇਲਾ ਨਹੀਂ ਹੱਥ ਆਉਂਦਾ। ਗੁਰਦੇਵ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ ਸਤਿਗੁਰਾਂ ਦੇ ਪਾਵਨ ਬਚਨ ਨੇ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ। ਐਸਾ ਕੰਮ ਮੂਲ ਹੀ ਨਾ ਕਰ ਜੋ ਬਾਅਦ ਵਿੱਚ ਰੋਵੇਂ ਤੇ ਪਛਤਾਵੇਂ। ਕਿਉਂਕਿ ਮਨੁੱਖ ਨੂੰ ਪਰਮਾਤਮਾ ਨੇ ਅਕਲ ਦਿਮਾਗ ਬੁੱਧੀ ਬਖਸ਼ੀ, ਪਰ ਫਿਰ ਵੀ ਜਾਣ ਕੇ ਅਣਜਾਣ ਬਣ ਜਾਵੇ। ਉੱਥੇ ਗੁਰਦੇਵ ਦੇ ਪਾਵਨ ਬਚਨ ਨੇ, ਕਬੀਰ ਮਨ ਜਾਣੇ ਸਭ ਬਾਤ, ਪਤਾ ਹੈ ਪਾਪ ਹੈ, ਪਤਾ ਹੈ ਇਹ ਪੁੰਨ ਹੈ, ਪਤਾ ਹੈ ਚੰਗਾ ਹੈ ਮਾੜਾ ਹੈ, ਪਰ ਫਿਰ ਵੀ ਕਰਦਾ ਹੈ। ਮਨ ਜਾਣੇ ਸਭ ਬਾਤ, ਜਾਨਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਕਰੇ। ਹੱਥ ਵਿੱਚ ਦੀਵਾ ਖੂਹ ਵਿੱਚ ਡਿੱਗਦਾ, ਉੱਥੇ ਕਿਸੇ ਦਾ ਦੋਸ਼ ਨਹੀਂ ਮੰਨਿਆ ਜਾਣਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਮਤ ਕਿਸੇ ਨੂੰ ਦੋਸ਼ ਦਈ। ਤੂੰ ਸਵੈਮ ਕੀਤਾ ਸੀ ਪਾਵਨਾ ਪਵੇਗਾ। ਪਾਤਸ਼ਾਹ ਫਰਮਾਉਂਦੇ ਨੇ, ਗੁਰ ਮਿਲ ਚੱਜ ਆਚਾਰ ਸਿੱਖ, ਗੁਰੂ ਨੂੰ ਮਿਲ ਕੇ ਜਗਤ ਵਿੱਚ ਵਿਚਰਨਾ ਸਿੱਖ। ਕਿਵੇਂ ਰਹਿਣਾ ਹੈ, ਕਿਵੇਂ ਵਿਚਰਨਾ, ਕਿਵੇਂ ਵਿਹਾਰ ਧੰਦੇ ਕਰਨੇ ਨੇ। ਸੰਤ ਮਿਲੈ ਕਿਛ ਸੁਣੀਐ, ਕਹੀਐ ਰੱਬ ਦਾ ਪਿਆਰਾ। ਫਕੀਰ ਮਹਾਤਮਾ ਜੁੜਿਆ ਹੋਇਆ ਤਤ ਵੇਤਾ ਮਿਲ ਜਾਵੇ। ਬਚਨ ਸੁਣੀਏ ਵੀ, ਬੇਨਤੀ ਵੀ ਕਰ ਲਈਏ, ਪੁੱਛ ਵੀ ਲਈਏ ਉਸ ਪ੍ਰਭੂ ਦੇ ਮਾਰਗ ਨੂੰ, ਕਿਉਂਕਿ ਆਪਾਂ ਉਸ ਮਾਰਗ ਦੇ ਪਾਂਧੀ ਬਣਨਾ। ਫਿਰ ਪਾਤਸ਼ਾਹ ਦੇ ਇਹ ਵੀ ਬਚਨ ਨੇ, ਮਿਲੈ ਅਸੰਤ ਮਸ਼ਟ ਕਰ ਰਹੀ ਹੈ। ਕੋਈ ਦੰਭੀ ਪਖੰਡੀ ਭੇਖੀ ਮਿਲ ਜਾਵੇ, ਉੱਥੇ ਨਾ ਬੋਲ ਚੁੱਪ ਰਹਿ। ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਜੇ ਤੂੰ ਸ੍ਰੇਸ਼ਟ ਉੱਤਮ ਕਰਮਾਂ ਨੂੰ ਸਿੱਖ ਲਵੇਂਗਾ, ਉਪਦੇਸ਼ ਸਮਰੱਥ ਗੁਰੂ ਤੋਂ ਲੈ ਲਵੇਂਗਾ, ਤੇ ਤੈਨੂੰ ਕਦੇ ਵੀ ਦੁੱਖ ਨਹੀਂ ਲੱਗੇਗਾ। ਸਭਨਾ ਸੋਰੈ ਸਭ ਮੁਕ ਲਾਵਣ ਹਾਰ। ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਦਿੰਦੇ ਨੇ, ਪਿਆਰਿਓ ਸਭਨਾ ਜੀਵਾਂ ਨੇ ਪਰਲੋਕ ਵਿੱਚ ਜਾਣਾ ਹੈ, ਕਿਉਂਕਿ ਜਗਤ ਲੁਕਾਈ ਸਾਰੀ ਹੀ ਮ੍ਰਿਤੂ ਦੇ ਘੇਰੇ ਵਿੱਚ। ਮਿਰਤ ਮੰਡਲ ਜਗ ਸਾਜਿਆ, ਜਿਉ ਬਾਲੂ ਘਰ ਬਾਰ। ਸਾਰੀ ਲੁਕਾਈ ਜਗਤ ਮ੍ਰਿਤੂ ਦੇ ਘੇਰੇ ਵਿੱਚ। ਸਭਨਾ ਨੇ ਮਰਨਾ, ਸਭਨਾ ਨੇ ਵਿਛੜਨਾ, ਸਭਨਾ ਨੇ ਪਰਲੋਕ ਸਹੁਰੇ ਘਰ ਜਾਣਾ ਹੈ, ਅਵਸ਼ ਵਿਆਹ ਹੋਣਾ ਹੈ। ਸਭਨਾ ਨੂੰ ਕਾਲ ਮੁਕਲਾਵਣ ਵਾਲਾ ਆਵੇਗਾ, ਕਾਲ ਨੇ ਆਉਣਾ ਹੈ। ਸਭ ਮੁਕਲਾਵਣ ਹਾਂ, ਪਰ ਪਾਤਸ਼ਾਹ ਗੁਰਦੇਵ ਦੇ ਕੀ ਬਚਨ ਨੇ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਗਿਆਨਵਾਨ ਧਨ ਉਹ ਸੁਹਾਗਣੀ, ਰੱਬ ਦੇ ਜਨ ਸੰਤ ਉਹਨਾਂ ਨੂੰ ਸੁਹਾਗਣੀ ਆਖਿਆ। ਜਿਨ੍ਹਾਂ ਨੇ ਪ੍ਰਭੂ ਨੂੰ ਰਾਵਿਆ ਭੋਗਿਆ, ਇੱਕ ਹੋ ਗਏ। ਜਿਨ੍ਹਾਂ ਦਾ ਪਤੀ ਪਰਮੇਸ਼ਰ ਦੇ ਸਾਥ ਪਿਆਰ ਹੈ,
ਉਹ ਜਨਮ ਤੇ ਮਰਨ ਵਿੱਚ ਨਹੀਂ ਆਉਂਦੇ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਛੇਵਾਂ। ਕਰਨ ਕਾਰਨ ਏਕ ਉਹੀ ਜਿਨ ਕੀਆ ਆਕਾਰ। ਮਾਇਆ ਜੋ ਬ੍ਰਹਮਾ ਵਿਸ਼ਨ ਮਹੇਸ਼ ਕਾਰਨ ਨੇ ਜਗਤ ਦੇ ਕਰਨ ਵਾਲਾ। ਇਹ ਜਗਤ ਦੇ ਕਾਰਕ ਮੰਨੇ ਗਏ ਨੇ ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼ ਜੀ। ਪਰ ਇਹਨਾਂ ਨੂੰ ਕਾਰਨ ਵਾਲਾ ਵੀ ਪ੍ਰਮਾਤਮਾ ਹੈ, ਇਹਨਾਂ ਨੂੰ ਰਚਣ ਖਾਦ ਵੀ। ਜਿਸਨੇ ਤੇਰਾ ਸਰੀਰ ਬਣਾਇਆ ਉਸਨੇ ਤਿੰਨੇ ਦੇਵਤੇ ਵੀ ਬਣਾਏ ਨੇ। ਕਾਰਨ ਕਾਰਨ ਏਕ ਹੀ ਜੋ ਜਗਤ ਦੇ ਕਾਰਕ ਮੰਨੇ ਗਏ ਨੇ ਕਿ ਬ੍ਰਹਮਾ ਜੀ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ, ਵਿਸ਼ਨੂੰ ਭਗਵਾਨ ਜੀ ਪਾਲਣ, ਸ਼ਿਵ ਜੀ ਮਹਾਰਾਜ ਜੀ ਲੈ ਕਰਦੇ ਨੇ, ਦੀਵਾਨ ਲਾਉਂਦੇ ਨੇ। ਪਰ ਜੈਵ ਜੈਵ ਹੁਕਮ ਤਵੈ ਤਵਕਾਰੀ ਵੀ ਹੁਕਮ ਦੇ ਵਿੱਚ ਬੰਦੇ ਹੋਏ ਨੇ ਤਿੰਨੇ ਦੇਵਤੇ। ਪਰ ਇਹਨਾਂ ਨੂੰ ਵੀ ਰਚਣ ਖਾਨ ਮੇਰਾ ਵਾਹਿਗੁਰੂ ਜਿਸ ਨੇ ਤੈਨੂੰ ਰਚਿਆ ਹੈ। ਤਿਸੈ ਤੇ ਆਵੋ ਮਨ ਮੇਰੇ ਸਰਬ ਕੋ ਆਧਾਰ। ਹੇ ਮੇਰੇ ਪਿਆਰੇ, ਤਿਸ ਵਾਹਿਗੁਰੂ ਨੂੰ ਧਿਆ, ਉਸ ਪਰਮੇਸ਼ਰ ਪਰਵਤਗਾਰ ਦੀ ਯਾਦ ਚਿੰਤਨ ਵਿੱਚ ਜੋੜ। ਇਹਨੇ ਸਾਰਿਆਂ ਨੂੰ ਆਸਰਾ ਦਿੱਤਾ। ਉਹ ਮਾਲਕ ਇੱਕ ਦਾ ਨਹੀਂ, ਸਭਨਾਂ ਦਾ ਮਾਲਕ ਹੈ, ਸਭਨਾਂ ਦਾ ਦਾਤਾ ਹੈ, ਸਭਨਾਂ ਦਾ ਪਿਤਾ ਹੈ। ਏਕ ਪਿਤਾ ਏਕ ਸਕੇ ਹਮ ਬਾਲਕ, ਤੂੰ ਮੇਰਾ ਗੁਰ ਖਾਈ। ਇੱਕ ਦੇ ਬਾਲਕੇ ਖਾਂ ਅਵਲ ਅੱਲਾ ਹੈ, ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜਗਤ ਦੀ ਰਚਨਾ ਇੱਕ ਤੋਂ ਹੋਈ ਹੈ। ਇੱਕੋ ਦਿਸੈ ਸੱਜਣੋ, ਇੱਕੋ ਭਾਈ ਮੀਤ। ਇੱਕ ਸਹਿ ਦੀ ਸਮਗਰੀ, ਇੱਕ ਸਹਿ ਦੀ ਹੀ, ਇੱਕ ਸਹਿ ਦੀ ਹੈ ਰੀਤ। ਹੁਕਮ ਇੱਕ ਦਾ ਹੀ ਚੱਲਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਉਸ ਇੱਕ ਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਗੁਰ ਕੇ ਚਰਨ ਮਨ ਮੈਂ ਧਿਆਏ, ਛੋੜ ਸਗਲ ਸਿਆਣਪਾ, ਸਾਚ ਸ਼ਬਦ ਲਿਵ ਲਾਏ। ਆਓ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਭਾਈ ਪਿਆਰਿਓ, ਗੁਰੂ ਦੇ ਚਰਨਾਂ ਦਾ ਮਨ ਵਿੱਚ ਧਿਆਵਣਾ ਕਰੋ। ਟੇਕ ਲਵੋ ਚਰਨਾਂ ਦੀ, ਧਿਆਨ ਧਰੋ ਗੁਰੂ ਦੇ ਚਰਨਾਂ ਦਾ। ਸੰਸਾਰ ਦੀਆਂ ਚਤਰਾਈਆਂ ਨੂੰ ਛੱਡ ਦਵੋ। ਇਹ ਭਾਈ ਗੋਂਦਾ ਜੀ ਨੇ ਮਨ ਰੂਪੀ ਹੱਥਾਂ ਨਾਲ ਗੁਰਦੇਵ ਸਤਵੇਂ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਫੜ ਲਏ। ਕਾਫੀ ਸਮਾਂ ਸਤਿਗੁਰੂ ਫਿਰ ਸਿੰਘਾਸਣ ਤੋਂ ਨਹੀਂ ਉੱਠੇ, ਕਿਉਂਕਿ ਪ੍ਰੇਮ ਦੇ ਬੰਧਨ ਦੇ ਨਾਲ ਬੰਨ ਲਿਆ। ਕਿਉਂਕਿ ਕੈਸਾ ਪ੍ਰੇਮ ਗੁਰੂ ਤੇ ਸਿੱਖ ਦਾ, ਸਿੱਖ ਤੇ ਗੁਰੂ ਦਾ। ਪਾਤਸ਼ਾਹ ਫਰਮਾਉਂਦੇ ਨੇ ਸਿਆਣਪਾਂ ਚਤਰਾਈਆਂ ਕਿਸੇ ਕੰਮ ਨਹੀਂ ਆਉਂਦੀਆਂ। ਭੋਲੇ ਭਾਏ ਮਿਲੇ ਰਗਰਾਇਆ, ਉਹ ਤਾਂ ਭੋਲੇ ਭਾ ਮਿਲਦਾ। ਬਹੁਤ ਸਿਆਣਪ ਜਮ ਕਾ ਭਉ ਵਿਆਪੈ, ਫਿਰ ਜਮਾਂ ਦਾ ਭਉ ਵਿਆਪਦਾ। ਇਹ ਸਿਆਣਪ ਚਤਰਾਈ ਕਿਤੇ ਕੰਮ ਆਉਂਦੀ ਨਹੀਂ। ਸੱਚ ਰੂਪ ਗੁਰੂ ਦੇ ਉਪਦੇਸ਼ ਵਿੱਚ ਬਿਰਤੀ ਲਾਵੋ, ਗੁਰ ਉਪਦੇਸ਼ੀ ਗੁਰਮਤੀਏ ਬਣ ਜਾਵੋ। ਪਾਤਸ਼ਾਹ ਫਰਮਾਉਂਦੇ ਨੇ ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰੂ ਦਾ ਮੰਤਰ, ਗੁਰੂ ਦਾ ਉਪਦੇਸ਼ ਹੁੰਦਾ,
ਤੇ ਇਹਨਾਂ ਨੂੰ ਜਨਮ ਤੇ ਮਰਨ ਦੀ ਪੀੜਾ ਕਲੇਸ਼ 5 ਪ੍ਰਕਾਰ ਦਾ ਹੁੰਦਾ ਹੈ। ਅਵਿਦਿਆ, ਅਸਮਿਤਾ, ਰਾਗ, ਦਵੈਕ, ਅਭਿਨਿਵੇਸ਼। ਕਿਆ ਹਠ, ਡਰ ਜਮਾਂ ਦਾ ਨਹੀਂ ਲੱਗਦਾ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਮੰਤਰ ਵਸ ਗਿਆ ਕਿ ਮੇਰੇ ਗੁਰੂ ਦਾ ਬਚਨ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਏ ਨਾ ਸਾਕੈ ਚੱਲੇ। ਭਗਤ ਕਬੀਰ ਜੀ ਮਹਾਰਾਜ ਜੀ ਨੂੰ ਜਲ ਵੀ ਡੁਬੋ ਨਾ ਸਕਿਆ, ਅਗਨੀ ਵੀ ਜਲਾ ਨਾ ਸਕੀ, ਹਸਤੀ ਗਜ ਨੇ ਵੀ ਨਮਸਕਾਰਾਂ ਕੀਤੀਆਂ, ਕਿਉਂਕਿ ਗੁਰੂ ਦਾ ਬਚਨ ਮੰਨਿਆ ਸੀ। ਗੁਰੂ ਨੇ, ਗੁਰੂ ਰਾਮਾਨੰਦ ਜੀ ਨੇ ਬਚਨ ਕਹੇ ਸੀ, ਉੱਠੋ ਰਾਮ ਕੇ ਰਾਮ ਕਹੋ, ਸਤ ਬਚਨ ਕਹਿ ਦਿੱਤਾ। ਫਿਰ ਜਪਿਆ ਰਾਮ ਨੂੰ, ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ, ਕੋਈ ਪਹਿਚਾਣ ਨਹੀਂ ਕਰ ਸਕੇ। ਇੱਕ ਹੋ ਗਏ ਉਸ ਰਾਮ ਮੇਰੇ ਪ੍ਰਭੂ ਦੇ ਨਾਲ, ਕਿਉਂਕਿ ਗੁਰੂ ਦਾ ਮੰਤਰ ਹਿਰਦੇ ਵਿੱਚ ਵਸ ਗਿਆ ਕਿ ਮੇਰੇ ਗੁਰੂ ਦਾ ਬਚਨ ਉਪਦੇਸ਼ ਸੰਦੇਸ਼ 3 ਕਾਲ ਸਤ ਹੈ। ਕੋਟ ਜਤਨਾ ਕਰ ਰਖੇ, ਗੁਰ ਬਿਨ ਤਰਿਓ ਨਾ ਕੋਇ। ਪਾਤਸ਼ਾਹ ਇਸ ਪੰਕਤੀ ਵਿੱਚ ਇਹ ਸਿਧਾਂਤ ਪ੍ਰਗਟ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ। ਭਾਈ ਐਸੇ ਵੀ ਜਗਤ ਵਿੱਚ ਬੜੇ ਹੋ ਚੁੱਕੇ ਨੇ, ਕੋਟਾਨ ਕੋਟ ਯਤਨ ਕਰਕੇ ਰਹਿ ਚੁੱਕੇ ਨੇ, ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ ਕਿ ਅਸੀਂ ਇੰਝ ਹੀ ਪਾ ਲਵਾਂਗੇ, ਸਾਨੂੰ ਗੁਰੂ ਦੀ ਲੋੜ ਨਹੀਂ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਆਪ ਉਪਦੇਸ਼ ਦਿੰਦੇ ਨੇ, ਭਾਈ ਕੋਟ ਯਤਨਾ ਕਰ ਰਖੇ। ਹੁਣ ਵੀ ਕਰ ਰਹੇ ਨੇ ਐਸੇ ਪੁਰਸ਼, ਕਰੋੜਾਂ ਯਤਨ ਕਰਕੇ ਰਹਿ ਚੁੱਕੇ। ਗੁਰ ਬਿਨ ਤਰਿਓ ਨਾ ਕੋਈ, ਤੂੰ ਗੁਰੂ ਤੋਂ ਬਿਨਾ ਸੰਸਾਰ ਸਮੁੰਦਰ ਤੋਂ ਭਾਈ ਕੋਈ ਤਰਿਆ ਹੀ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਕਿਉਂਕਿ ਗੁਰੂ ਤੋਂ ਬਿਨਾ ਮੁਕਤੀ ਨਹੀਂ ਹੋਣੀ। ਗੁਰੂ ਸਮਰੱਥ ਤਾਰਨ ਵਾਸਤੇ ਹੀ ਆਏ। ਆਪ ਜਗਤ ਵਿੱਚ 10 ਸਰੂਪ ਪ੍ਰਗਟ ਧਾਰੇ, ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਖਸ਼ੀ। ਉਹ ਸਤਿਗੁਰਾਂ ਦੇ ਇਹ ਵੀ ਵਚਨ ਨੇ ਕਿ 74 ਜਾਮੇ ਸੰਤਾਂ ਦੇ ਰੂਪ ਵਿੱਚ ਗੁਪਤ ਵਰਤਦੇ ਨੇ, ਪਰ ਜਿਨ੍ਹਾਂ ਦੀ ਭਾਵਨਾ ਸ਼ਰਧਾ, ਉਹਨਾਂ ਨੇ ਬਖਸ਼ੀਸ਼ਾਂ ਲਈਆਂ ਨੇ, ਲੈ ਰੱਖੇ ਨੇ, ਕਿਉਂਕਿ ਉਹ ਮਾਲਕ ਸਦੀਵੀ ਹੈ, ਸਦਾ ਹੈ, ਪਿੱਛੇ ਵੀ ਸੀ, ਹੁਣ ਵੀ ਹੈ, ਅੱਗੇ ਵੀ ਹੋਵੇਗਾ। ਪਾਤਸ਼ਾਹ ਫਰਮਾਉਂਦੇ ਨੇ, ਦੇਖ ਦਰਸ਼ਨ ਮਨ ਸਾਰਾ, ਪਾਪ ਸਗਲੇ ਜਾਗੇ। ਗੁਰੂ ਦਾ ਦਰਸ਼ਨ ਦੇ ਕੇ ਮਨ ਸਹਿਤ ਆਧਾਰ ਦੇ ਹੋ ਜਾਂਦਾ, ਕਿਉਂਕਿ ਸਮਰੱਥ ਗੁਰੂ ਦੇ ਦੀਦਾਰ ਐਸੀ ਬਖਸ਼ਿਸ਼ ਰਹਿਮਤ ਹੈ। ਸੰਸੇ ਨਿਵਰਤ ਹੋ ਜਾਂਦੇ ਨੇ, ਪਾਪ ਸਭ ਚਲੇ ਜਾਂਦੇ ਨੇ ਛੱਡ ਕੇ, ਜਦੋਂ ਸਮਰੱਥ ਗੁਰੂ ਦੀ ਸ਼ਰਨ ਵਿੱਚ ਆ ਜਾਈਏ। ਭਾਈ ਸਾਹਿਬ ਦੇ ਵੀ ਪਾਵਨ ਬਚਨ ਨੇ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤੀ। ਸੁਧ ਬੁੱਧ ਭੁੱਲ ਗਈ, ਉਹ ਮਤ ਨਹੀਂ ਰਹੀ ਜੋ ਪਹਿਲਾਂ ਸੀ। ਫਿਰ ਸੁਤੇ ਮਨ ਕਹਿੰਦਾ ਮਨਾ ਜਪਣਾ ਹੈ। ਕਿਉਂ ਕਹਿੰਦਾ ਹੈ ਮਨ? ਕਿਉਂਕਿ ਜਪਣ ਵਾਲੇ ਦੀ ਸ਼ਰਨ ਵਿੱਚ ਜੋ ਆ ਗਿਆ, ਇਹ ਬਖਸ਼ੀਸ਼ਾਂ ਗੁਰੂ ਨਾਨਕ ਦੇ ਘਰੋਂ ਮਿਲਦੀਆਂ ਨੇ। ਬਾਬਾ ਜੀ ਨੇ ਬਚਨ ਕਰਨੇ, ਭਾਈ ਸੰਗਤ ਕਰਨੀ ਉਹ ਹੈ ਚੰਗੀ, ਜਿੱਥੇ ਆਵੇ ਯਾਦ ਪਿਆਰਾ, ਬਿਰਤੀ ਜੁੜ ਜੇ ਦੁਨੀਆ ਭੁੱਲ ਜੇ, ਉੱਥੇ ਜੀਵਨ ਸਫਲ ਹਮਾਰਾ। ਮਾਨੋ ਆਪਣਾ ਇਹ ਜਨਮ ਜੀਵਨ ਸਫਲ ਹੈ, ਜਿੱਥੇ ਆ ਕੇ ਸਭ ਕੁਝ ਹੀ ਭੁੱਲ ਜਾਵੇ। ਇਹ ਗੁਰੂ ਨਾਨਕ ਦੇ ਘਰ ਦੀ ਬਖਸ਼ੀਸ਼ ਹੈ, ਕਿਉਂਕਿ ਵੱਡੀਆਂ ਬਖਸ਼ਿਸ਼ਾਂ ਗੁਰੂ ਨਾਨਕ ਦੇ ਘਰੋਂ ਸਾਧੂ ਦੇ ਚਰਨਾਂ 'ਚੋਂ ਮਿਲਦੀਆਂ ਨੇ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਖੋ ਤਿਨ ਕੈ ਬਲ ਹਾਰਣ,
ਜੇ ਗੁਰ ਕੀ ਪੈਰੀ ਪਾਗ। ਪਾਤਸ਼ਾਹ ਫਰਮਾਉਂਦੇ ਨੇ, ਮੈਂ ਉਹਨਾਂ ਪੁਰਸ਼ਾਂ ਦੇ ਬਲਿਹਾਰ ਕੁਰਬਾਨ ਜਾਂਦਾ ਸਾਂ ਜੋ ਭਾਈ ਗੁਰੂ ਦੇ ਚਰਨੀ ਪੈਂਦੇ ਨੇ, ਚਰਨ ਪਸਦੇ ਨੇ ਸਮਰੱਥ ਗੁਰੂ ਦੇ। ਸਾਧ ਸੰਗਤ ਮਨ ਵਸੈ ਸਾਚ ਘਰ ਕਾ ਨਾਮ। ਸਤ ਸੰਗਤ ਕਰਿਆ ਸੱਚ ਸਰੂਪ ਵਾਹਿਗੁਰੂ ਦਾ ਨਾਮ ਸੁਤੇ ਮਨ ਵਿੱਚ ਵਸਦਾ ਹੈ। ਸੇ ਬੜ ਭਾਗੀ ਨਾਨਕਾ ਜਿਨਾ ਮਨ ਇਹੋ ਭਾਉ। ਉਹ ਪੁਰਸ਼ ਵੱਡਿਆ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਮਨ ਵਿੱਚ ਸਤ ਸੰਗ ਦਾ ਪ੍ਰੇਮ ਹੈ। ਉਹਨਾਂ ਦੇ ਵੱਡੇ ਭਾਗ ਪਰਬਲ ਪੁੰਨ ਨੇ ਜੋ ਸਤ ਸੰਗੀ ਨੇ, ਜਿਨ੍ਹਾਂ ਦੇ ਮਨ ਵਿੱਚ ਚਾਹ ਹੈ ਗੁਰੂ ਦੇ ਘਰ ਜਾਣਾ, ਦਰਸ਼ਨ ਕਰਨੇ, ਸੰਗਤ ਕਰਨੀ, ਉਪਦੇਸ਼ ਸਰਵਣ ਕਰਨਾ। ਪਾਤਸ਼ਾਹ ਫਰਮਾਉਂਦੇ ਨੇ, ਵੱਡਿਆਂ ਭਾਗਾਂ ਵਾਲੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਭਾਗਾਂ ਤੋਂ ਖੀਣਾ ਮਨੁੱਖ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦਾ, ਵੱਡਿਆਂ ਭਾਗਾਂ ਵਾਲਾ ਆਉਂਦਾ। ਪਰ ਬਾਬਾ ਜੀ ਨੇ ਬਖਸ਼ਾ ਕਰਨੀਆਂ ਭਾਈ, ਭਾਗ ਵੀ ਬਣਾਇਆ ਬਣਦੇ ਨੇ। ਉਦਮ ਕਰੇਗਾ, ਸੇਵਾ ਤੇ ਸਿਮਰਨ ਕਰੇਗਾ, ਤੇਰੇ ਭਾਗ ਬਣਨਗੇ, ਬਖਸ਼ੀਸ਼ਾਂ ਹੋਵਣਗੀਆਂ। ਫਿਰ ਗੁਰੂ ਨਾਨਕ ਦੇ ਘਰੋਂ, ਸਾਧੂ ਤੋਂ, ਮਹਾਂਪੁਰਖਾਂ ਤੋਂ ਤੈਨੂੰ ਦਾਤਾਂ ਮਿਲਣਗੀਆਂ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਬੇਕਾਰ। ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ ਭਾਈ, ਕਿਸ ਧਨ ਨੂੰ ਕਹਿੰਦੇ ਨੇ ਸਤਿਗੁਰੂ ਇਕੱਤਰ ਕਰਨ ਵਾਸਤੇ। ਆ ਦੁਨਿਆਵੀ ਧਨ ਨੂੰ ਨਹੀਂ ਕਹਿੰਦੇ। ਸੱਚਾ ਧਨ ਨਾਮ ਦਾ ਹੈ, ਇਹ ਤਾਂ ਝੂਠਾ ਧਨ ਹੈ ਸੰਸਾਰ ਦਾ। ਜੋ ਧਨ ਨਿਖੁੱਟਦਾ ਨਹੀਂ, ਅਖੁੱਟ ਧਨ ਹੈ, ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ। ਪੂਰਾ ਸਤਿਗੁਰ ਦੀਆ ਦਿਖਾਈ, ਬਖਸ਼ਦਾ ਵੀ ਪੂਰਾ ਗੁਰੂ ਹੈ। ਪਾਤਸ਼ਾਹ ਫਰਮਾਉਂਦੇ ਨੇ ਭਾਈ, ਸੰਚ ਹਰ ਧਨ ਪੂਜ ਸਤਿਗੁਰ। ਹੇ ਭਾਈ ਪਿਆਰਿਓ, ਨਾਮ ਧਨ ਨੂੰ ਇਕੱਤਰ ਕਰੋ, ਵੱਧ ਤੋਂ ਵੱਧ ਸਿਮਰਨ ਕਰੋ। ਮੂਲ ਮੰਤਰ ਗੁਰ ਮੰਤਰ, ਹੋਰ ਬਾਣੀਆਂ ਦਾ ਜਾਪ, ਸ੍ਰੀ ਜਪਜੀ ਸਾਹਿਬ ਆਦਿਕ ਬਾਣੀਆਂ ਦਾ ਜਾਪ ਕਰੋ। ਇਹ ਧਨ ਨੂੰ ਇਕੱਤਰ ਕਰੋ। ਫਿਰ ਸਤਿਗੁਰੂ ਨੂੰ ਵੀ ਪੂਜਣਾ ਹੈ। ਜਗਿਆਸੂ ਨੇ ਬੇਨਤੀ ਕੀਤੀ, ਪਾਤਸ਼ਾਹ ਇਹ ਵਕਾਰ ਬਹੁਤ ਤੰਗ ਕਰਦੇ ਨੇ, ਪੰਜੇ ਵਕਾਰ। ਪਾਤਸ਼ਾਹ ਕਹਿਣ ਲੱਗੇ, ਭਾਈ ਸਤਿਗੁਰੂ ਨੂੰ ਪੂਜੋ, ਫਿਰ ਸੰਪੂਰਨ ਵਕਾਰ, ਇਹਨਾਂ ਵਕਾਰਾਂ ਦਾ ਵੀ ਅਭਾਵ ਹੋ ਜਾਵੇ। ਇਹਨਾਂ ਵਕਾਰਾਂ ਨੂੰ ਵੀ ਛੱਡਣਾ ਹੈ। ਇਹ ਤਾਂ ਝੂਠੇ ਵਕਾਰ ਨੇ, ਮਨੁੱਖ ਨੂੰ ਨਰਕ ਦਾ ਭਾਗੀ ਬਣਾ ਦਿੰਦੇ ਨੇ। ਪਰ ਅਗਿਆਨ ਅਵਿਦਿਆ ਵਿੱਚ ਰਚਿਆ ਹੋਇਆ ਮਨੁੱਖ ਇਹਨਾਂ ਨੂੰ ਸਤ ਮੰਨਦਾ ਹੈ ਕਿ ਸੁਖ ਰਾਮ ਭੋਗ ਰਸ ਬੜੇ ਆਨੰਦ ਖੇੜੇ ਨੇ ਵਕਾਰਾਂ ਵਿੱਚ। ਪਰ ਉਸ ਅਗਿਆਨੀ ਨੂੰ ਇਹ ਨਹੀਂ ਪਤਾ ਇਹ ਵਕਾਰ ਘੋਰ ਨਰਕ ਵਿੱਚ ਲੈ ਕੇ ਜਾਵਣਗੇ। ਪਾਤਸ਼ਾਹ ਫਰਮਾਉਂਦੇ ਨੇ, ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ। ਸਾਰੇ ਵਿਕਾਰਾਂ ਨੂੰ ਤਿਆਗਣਾ ਛੱਡਣਾ ਹੈ। ਵਿਖੇ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾ ਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਰਹੋਵਤ ਜੀਓ। ਇਹਨਾਂ ਵਿਸ਼ਿਆਂ ਵਿਕਾਰਾਂ ਦੇ ਰਸ ਨੂੰ ਛੱਡ ਦੇ। ਇਹਨਾਂ ਪਿੱਛੇ ਘਣੇ ਦੁੱਖ ਲੁਕੇ ਹੋਏ ਨੇ। ਨੈਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ। ਪਾਤਸ਼ਾਹ ਦੇ ਬਚਨ ਨੇ। ਇੱਕ ਨਮਕ ਦੇ ਕਾਮ ਦੇ ਬਦਲੇ, ਰਸ ਦੇ ਬਦਲੇ ਕਰੋੜਾਂ ਦਿਨ ਦੁੱਖ ਹੈ। ਫਿਰ ਉਹ ਗਿਣਤੀ ਹੀ ਨਹੀਂ ਹੋਣੀ ਕਿੰਨੇ ਸਾਲ, ਕਿੰਨੀ ਆਜੂ ਲੰਘੀ ਕਿ ਮੈਂ ਦੁਖੀ ਹੀ ਰਿਹਾ।
ਫਿਰ ਮਨੁੱਖ ਸੁਤੇ ਕਹਿੰਦਾ ਸਾਰੀ ਆਜੂ ਦੁੱਖਾਂ ਵਿੱਚ ਬਤੀਤ ਹੋਈ, ਪਰ ਇਹ ਨਹੀਂ ਜਾਣਿਆ ਮੇਰੇ ਕਰਮ ਕੈਸੇ ਸੀ, ਕੈਸੇ ਮੈਂ ਬੀਜ ਬੀਜੇ ਨੇ, ਉਹ ਵੱਢਣੇ ਤਾਂ ਪੈਣੇ ਨੇ। ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਦਾਰ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਸ ਪਰਿਪੂਰਨ ਪਰਮਾਤਮਾ ਨੇ ਤੈਨੂੰ ਸੁੰਦਰ ਤੇਰਾ ਤਨ ਬਣਾਇਆ, ਅੰਗ ਭਿੰਨ ਭਿੰਨ ਲਾਏ ਨੇ, ਬੜਾ ਸੁੰਦਰ ਸਰੂਪ ਤੇਰਾ ਬਣਾਇਆ ਪਰਮੇਸ਼ਰ ਨੇ, ਸਭਨਾਂ ਵਿੱਚ ਅੰਤਰ ਰੱਖਿਆ ਉਸ ਵਿਧਾਤਾ ਪ੍ਰਭੂ ਨੇ, ਬੜੀ ਸੁੰਦਰ ਘਾਟ ਨੂੰ ਘੜਿਆ ਹੈ ਮੇਰੇ ਵਾਹਿਗੁਰੂ ਨੇ। ਅੰਗ ਭਿੰਨ ਭਿੰਨ ਲਾਏ ਫਿਰ ਸਵਾਰਿਆ, ਜਿਨ ਤੂੰ ਸਾਜ ਸਵਾਰਿਆ ਸਿਮਰ ਹੋਏ ਉਹਦਾ। ਜਿਸ ਮਾਲਕ ਨੇ ਤੇਰੇ ਤੇ ਬੜੇ ਪਰ ਉਪਕਾਰ ਕੀਤੇ, ਸੁੰਦਰ ਤਨ ਰਚਿਆ, ਭਿੰਨ ਭਿੰਨ ਅੰਗ ਲਾਏ ਤੇਰੇ, ਸਵਾਰਿਆ ਤੈਨੂੰ। ਇਸ ਵਾਹਿਗੁਰੂ ਨੂੰ ਸਿਮਰ, ਜੇ ਤੂੰ ਸਿਮਰੇਗਾ ਰਾਧੇਗਾ ਤੇਰਾ ਉਧਾਰ ਹੋ ਜਾਵੇਗਾ। ਜਪ ਮਨ ਨਾਮ ਏਕ ਅਪਾਰ, ਪ੍ਰਾਨ ਮਨ ਤਨ ਜਿਨੇ ਦੀਆ, ਹਿਰਦੇ ਕਾ ਆਧਾਰ। हे ਭਾਈ, ਇੱਕ ਪਰਮੇਸ਼ਰ ਦਾ ਨਾਮ ਜਪ, ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ। ਇੱਕ ਨੂੰ ਸਿਮਰੀ, ਇੱਕ ਦੀ ਯਾਦ ਚਿੰਤਨ ਵਿੱਚ ਜੁੜੀ ਟੇਕ ਇੱਕ ਦੀ ਲਈ। ਜੋ ਦੂਜੇ ਭਾਵ ਵਿੱਚ ਲੱਗਿਆ ਉਹ ਡੁੱਬਿਆ ਕੀ ਜਾਣੂ। ਜੋ ਇੱਕ ਦੀ ਸ਼ਰਨ ਵਿੱਚ ਨਹੀਂ ਜਾਂਦਾ ਅਵੇ ਤਵੇ ਦੀ ਚਾਕਰੀ ਕਰਦਾ। ਕਿਉਂਕਿ ਸਤਿਗੁਰਾਂ ਦੇ ਪਾਵਨ ਬਚਨ ਨੇ, ਜਾਗਤ ਜੋਤ ਜਪੈ ਨਿਸਵਾਸੁਰ, ਏਕ ਬਿਨਾ ਮਨ ਨਾਇਕ ਨਾ, ਕਿ ਇੱਕ ਤੋਂ ਬਿਨਾਂ ਦੂਜੇ ਨੂੰ ਨਹੀਂ। ਜਗ ਦੀ ਜੋਤ ਹਾਜ਼ਰਾ ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਮੰਨਣਾ, ਸੰਗਤ ਸਤਪੁਰਸ਼ਾਂ ਦੀ, ਰੱਬ ਦੇ ਜਨਾਂ ਦੀ, ਜਿੱਥੋਂ ਆਪਾਂ ਨੂੰ ਸੋਝੀ ਗਿਆਨ ਮਿਲਣਾ ਹੈ। ਜਪ ਮਨ ਨਾਮ ਏਕ ਅਪਾਰ, ਪ੍ਰਾਨ ਮਨ ਤਨ ਜਿਨਹਿ ਦੀਆ, ਹਿਰਦੇ ਕਾ ਆਧਾਰ। ਇੱਕ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਉਹ ਵਾਹਿਗੁਰੂ ਕੈਸਾ, ਜਿਸ ਮਾਲਕ ਪਰਮੇਸ਼ਰ ਨੇ ਤੈਨੂੰ ਪ੍ਰਾਣ ਦਿੱਤੇ ਨੇ, ਅੰਤਸ਼ਕਣ ਆਦਿਕ ਸਭ ਠਾਠ ਤੈਨੂੰ ਬਣਾਇਆ ਹੈ ਪਰਮੇਸ਼ਰ ਨੇ, ਬੜਾ ਸੁੰਦਰ ਠਾਠ। ਹਿਰਦੇ ਦਾ ਆਸਰਾ ਰੂਪ ਹੈ ਮੇਰਾ ਵਾਹਿਗੁਰੂ। ਸਤਾ ਸਪੁਰਤੀ ਦੇਣੇ ਵਾਲਾ ਇੱਕ ਪਰਮੇਸ਼ਰ ਹੈ, ਕੋਈ ਦੂਜਾ ਨਹੀਂ। ਆਪਾਂ ਬੋਲਦੇ ਖਾਂ, ਵਿਚਰਦੇ ਖਾਂ, ਵਿਹਾਰ ਧੰਦੇ ਕਰਦੇ ਖਾਂ, ਸਤਾ ਸਪੁਰਤੀ ਮੇਰਾ ਵਾਹਿਗੁਰੂ ਦਿੰਦਾ ਹੈ ਤਾਂ ਕਰਦੇ। ਆਪਣੇ ਵਿੱਚ ਕੋਈ ਬਲ ਹੀ ਨਹੀਂ, ਆਪਾਂ ਆਪਣੇ ਬਲ ਨਾਲ ਬੋਲ ਵੀ ਸਕੀਏ। ਆਖਣ ਜੋਰ ਚੁਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ। ਆਪਣੇ ਜੋਰ ਬਲ ਨਾਲ ਮਰ ਵੀ ਨਹੀਂ ਸਕਦੇ, ਜਿਉ ਵੀ ਨਹੀਂ ਸਕਦੇ, ਕਿਉਂਕਿ ਉਹ ਮਾਲਕ ਪਰਿਪੂਰਨ ਪਰਮਾਤਮਾ ਦੇ ਆਪਾਂ ਅਧੀਨ ਖਾਂ, ਸੁਤੰਤਰ ਨਹੀਂ। ਜਿਵੇਂ ਕਹਿ ਦਈਏ ਗੁਲਾਮ ਖਾਂ ਉਸ ਦਾਤੇ ਪ੍ਰਭੂ, ਉਸਦੇ ਹੁਕਮ ਦੇ ਵਿੱਚ ਬੰਦੇ ਹੋਏ। ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ। ਕਾਮ ਕ੍ਰੋਧ ਅਹੰਕਾਰ ਕਰਕੇ ਮਸਤਕ ਹੈ ਜਗਤ ਸੰਸਾਰ। ਇਹਨਾਂ ਵਿਕਾਰਾਂ ਵਿੱਚ ਵਿਆਪਿਆ ਹੋਇਆ ਜਗਤ ਬਾਵਰਾ ਤੇ ਕਮਲਾ ਹੋਇਆ ਫਿਰਦਾ। ਫਿਰ ਜਨਮਦਾ ਤੇ ਮਰਦਾ ਜੂਨੀਆਂ ਵਿੱਚ ਪੈਂਦਾ। ਕਦਾਚਿਤ ਐਸੀ ਅਸ਼ੰਕਾ ਹੋ ਜਾਵੇ ਕਿ ਸੰਸਾਰ ਤੋਂ ਕਿਵੇਂ ਬਚਾਂਗੇ, ਇਸ ਜਗਤ ਸੰਸਾਰ ਤੋਂ। ਪਾਤਸ਼ਾਹ ਫਰਮਾਉਂਦੇ ਨੇ, ਜੇ ਤੂੰ ਬਚਣਾ ਚਾਹੁੰਦਾ ਹੈ, ਭਉ ਸੰਤ ਸਰਣੀ ਲਾਗ ਚਰਣੀ, ਮਿਟੈ ਦੁਖ ਅੰਧਾਰ। ਭਾਈ ਤੂੰ ਸੰਤ ਜਨਾਂ ਦੀ ਸ਼ਰਣੀ ਲੱਗ, ਰੱਬ ਦੇ ਜਨਾਂ ਦੀ, ਫਕੀਰਾਂ ਦੀ, ਮਹਾਤਮਾ ਦੀ। ਤਿੰਨਾਂ ਦੇ ਚਾਨੀ ਲੱਗ ਰਿਹਾ ਅਗਿਆਨ ਅੰਧੇਰੇ ਕਰਕੇ। ਜੋ ਜਨਮ ਮਰਨ ਰੂਪੀ ਦੁੱਖ ਹੈ,
ਇਹ ਮਿਟ ਜਾਵੇ। ਕਦਾਚਿਤ ਐਸੀ ਅਸ਼ੰਕਾ ਹੋ ਜਾਵੇ ਕਿ ਸਿੱਖ ਨੂੰ ਕਿਹੜੀ ਕਰਨੀ ਸ੍ਰੇਸ਼ਟ ਹੈ, ਜੋ ਸਿੱਖ ਹੈ ਗੁਰੂ ਦਾ, ਕਿਹੜੀ ਕਰਨੀ ਕਰੇ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ, ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ। ਸਤ ਸੰਤੋਖ ਦਇਆ ਆਦਿਕ ਸ਼ੁਭ ਗੁਣਾਂ ਦਾ ਕਮਾਵਣਾ ਕਰੇ ਸਿੱਖ। ਦਇਆਵਾਨ ਹੋਵੇ, ਸੰਤੋਖੀ ਵੀ ਹੋਵੇ, ਉਸ ਪਰਮੇਸ਼ਰ ਦੀ ਰਜਾ ਵਿੱਚ ਪ੍ਰਸੰਨ ਰਵੇ। ਜੋ ਦਿੱਤਾ ਹੈ ਭਲਾ ਹੈ ਚੰਗਾ, ਤੇ ਕਿੰਤੂ ਨਾ ਕਰੇ। ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ। क्योंकि दया की धर्म का मूल है। दया धर्म का मूल है, पाप मूल अभिमान। जो हंकारी अभिमानी अवश्य पाप करेगा, जो दयावान अवश्य धर्मी है। यही श्रेष्ठ कर्मी करनी उत्तम करनी है, जो पातशाह फरमाते हैं। आप छोड़ सब होए रेणा जिस दे प्रभ निरंकार। हंकार नूं छड्ड दईए, आप गवाइए तां सौ पाइए। और कैसी चितदाई सबना दी चरण धूड़ हो जाइए। ऐसी दैवी संपत्ति किन्हां नूं मिलदी है? पातशाह भी बचन कहंदे ने, जिस नूं मेरा निरंकार गुरु नानक दिंदा है। बेनती कीती पातशाह, ओ वाहे गुरु किवें मिलदा है? निरंकार प्रभु किवें मिले? जो दिसै सो सगल तू है, पसरिया पासार। हे भाई, जो फैलाव रूप प्रपंच पसरिया होया दिखाई दिंदा है, तैनू देखदा है जगत संसार, सो सर्ब तू ही तू है। ਇਹੋ ਵੇ ਸੰਸਾਰ ਤੁਮ ਦੇਖਦੇ। ਜੋ ਸੰਸਾਰ ਜਗਤ ਨੂੰ ਤੂੰ ਦੇਖਦਾ ਤੱਕਦਾ, ਇਹ ਉਸ ਪ੍ਰਭੂ ਦਾ ਹੀ ਰੂਪ ਹੈ। ਆਪ ਨਿਰੰਕਾਰ ਵਿਆਪਕ ਹੈ, ਅਧਿਸ਼ਠਾਨ ਚੇਤਨ ਰੂਪ ਹੈ। ਪ੍ਰਪੰਚ ਤੇਰੇ ਸਰੂਪ ਵਿੱਚ ਕਲਪਤ ਰੂਪ ਹੈ। ਇਹ ਸੰਸਾਰ ਦੀ ਸਤਾ ਤੇਰੇ ਤੋਂ ਭਿੰਨ ਨਹੀਂ। ऐसे जान कदाचित ऐसी शंका हो जाए कि किसी ने प्रपंच नूं ब्रह्म रूप जानिया भी है जान। पातशाह फरमाउंदे ने, कहो नानक गुर भरम काटिया सगल ब्रह्म विचार। कहो नानक गुर भरम काटिया सगल ब्रह्म विचार। जिन पुरुषां दा भरम ਸਮਰੱਥ ਗੁਰੂ ਬ੍ਰਹਮ ਸਰੋਤਰੀ ਬ੍ਰਹਮ ਨੇਟੀ ਨੇ ਕੱਟ ਦਿੱਤਾ, ਬਖਸ਼ੀਸ਼ਾਂ ਕਰ ਦਿੱਤੀਆਂ, ਤੇ ਇਹਨਾਂ ਨੇ ਵਿਚਾਰ ਦੁਆਰਾ ਸਭ ਪ੍ਰਪੰਚ ਨੂੰ ਬ੍ਰਹਮ ਰੂਪ ਜਾਣਿਆ ਕਿ ਜਗਤ ਸੰਸਾਰ ਬ੍ਰਹਮ ਰੂਪ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨਾਂ ਦੀ ਐਸੀ ਅਵਸਥਾ ਹੋ ਗਈ। ਸਤਿਗੁਰੂ ਦੇ ਉਪਦੇਸ਼ 'ਤੇ ਚਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ, ਨਾਮ ਨੂੰ ਜਪੀਏ। क्योंकि भाई ये युग कल युग दा है, कल केवल नाम उदार। संग करिए सतपुरुषां दा अपना अमोलक जन्म सफल हो जावे। हे अच्युत संता कह सदा संग
सो चंदा उगवै, सूरज चढ़े हजार, किते चांदन पाउंदिया, बिन घोर अंधार। आ गया भई अकाल की, चलायो पंथ, सौ सिखन को हुक्म है,